ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਨਵਾਂ ਟੌਪਿਕ ਸ਼ੁਰੂ ਕਰਨਾ ਆਪਾਂ ਨੇ। ਵੈਸੇ ਨਾਲ ਦੇ ਕੁਐਸਚਨ ਕੀਤੇ ਸੀ ਆਪਾਂ ਸੈਕੰਡ ਆਰਡਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਸੋਲਵ ਕੀਤੀ ਸੀ ਜੀ ਲਾਸਟ ਲੈਕਚਰ ਦੇ ਵਿੱਚ। ਉਹ ਨਿਊਮੈਰੀਕਲ ਕੁਐਸਚਨ ਸੀਗੇ। ਹੁਣ ਆਪਾਂ ਨੇ ਵਰਡ ਪ੍ਰੋਬਲਮਸ ਕਰਨੀਆਂ। ਵਰਡ ਨੂੰ ਆਪਾਂ ਨਿਊਮੈਰੀਕਲ ਚ ਕਨਵਰਟ ਕਰਕੇ ਫੇਰ ਸੋਲਵ ਕਰਨਾ ਹੈਗਾ। ਉਹ ਨਿਊਮੈਰੀਕਲ ਹੈ ਕਿਵੇਂ, ਕੁਐਸਚਨ ਕਿਵੇਂ ਨੇ। ਨਿਊਮੈਰੀਕਲ ਮੈਂ ਪੜ੍ਹ ਰਿਹਾ ਪਹਿਲਾਂ, ਤੁਸੀਂ ਸਟੇਟਮੈਂਟ ਦੇਖ ਲਓ। A semi-infinite solid x greater than 0 have initial temperature 0 at time t equal to 0 a constant temperature V naught greater than 0 is applied and maintained at the phase x equal to 0. Find the temperature at any point of the solid at time t equals to 1/16. चलो न्यूमेरिकल आप स्टार्ट करते हैं। ਦਿੱਤਾ ਕੀ ਹੋਇਆ ਆਪਣੇ ਦੇ ਵਿੱਚ, ਇਹ ਸਾਰੀ ਵਰਡ ਪ੍ਰੋਬਲਮ ਹੈ ਜੀ। ਵਰਡਿੰਗ ਦਿੱਤੀ ਹੋਈ ਆ, ਇਹਨੂੰ ਮੈਥਮੈਟਿਕਲ ਫਾਰਮ ਚ ਕਨਵਰਟ ਕਰਨਾ। ਉਹ ਕਿਵੇਂ, ਜੋ ਆਪਾਂ ਨੇ ਲਾਸਟ ਲੈਕਚਰ ਚ ਕੁਐਸਚਨ ਕੀਤੇ ਸੀ ਮੈਂ ਉਹ ਦੱਸਣੇ ਹੈਗੇ ਨੇ ਜੀ। ਉਹ ਕਿਵੇਂ ਸੀਗੇ, ਜਿਵੇਂ ਆ ਗਿਆ ਇੱਕ ਕਰਲੀ v ਬਾਈ ਕਰਲੀ t ਇਜ਼ ਇਕੁਅਲਸ ਟੂ ਲੈਮਡਾ ਕਰਲੀ 2v ਬਾਈ ਕਰਲੀ x ਸਕੁਅਰ। ਜੇ ਆਹ ਕੁਐਸਚਨ ਲਾਸਟ ਲੈਕਚਰ ਧਿਆਨ ਹੋਣ, ਇਦਾਂ ਦੇ ਕੁਐਸਚਨ ਸੋਲਵ ਕੀਤੇ। ਕਈਆਂ 'ਚ ਸੀ ਹੁੰਦਾ ਸੀ, ਕਈਆਂ 'ਚ ਲੈਮਡਾ ਹੁੰਦਾ ਸੀਗਾ। ਕੁਝ ਕੰਡੀਸ਼ਨਸ ਗਿਵਨ ਸੀਗੀਆਂ ਇਹਦੇ ਵਿੱਚ, ਜਿਵੇਂ vx0 ਦਿੱਤਾ ਹੋਇਆ ਆਪਾਂ ਨੂੰ, v0t ਦਿੱਤਾ ਹੋਇਆ ਆਪਾਂ ਨੂੰ, v2t ਦਿੱਤਾ ਹੋਇਆ ਆਪਾਂ ਨੂੰ। ਪਹਿਲਾਂ ਸਮਝਣਾ ਆਪਾਂ ਕਿ ਇਹਨਾਂ ਨਿਊਮੈਰੀਕਲ ਨੂੰ ਕੁਐਸਚਨ ਕਰਨਾ ਕਿਵੇਂ ਆ, ਫਿਰ ਬਾਅਦ ਵਿੱਚ ਸੋਲਵ ਕਰਾਂਗੇ ਆਪਾਂ। ਇਹ ਨਿਊਮੈਰੀਕਲ ਜਿਹੜੇ ਹੈਗੇ ਨੇ ਲਾਸਟ ਲੈਕਚਰ 'ਚ ਪੜ੍ਹੇ ਸੀ ਆਪਾਂ ਇਦਾਂ ਨਿਊਮੈਰੀਕਲ। ਜੇ ਧਿਆਨ ਦੇ ਵਿੱਚ ਹੋਵੇ, ਇਹ ਕੰਡੀਸ਼ਨ ਕਿੱਥੇ ਯੂਜ਼ ਹੁੰਦੀ ਸੀਗੀ, ਜਦੋਂ ਆਪਾਂ ਲੈਪਲੇਸ ਟ੍ਰਾਂਸਫਾਰਮ ਲਵਾਂਗੇ ਇਹਦੇ ਫਾਰਮੂਲੇ ਵਿੱਚ ਆ ਯੂਜ਼ ਹੋਏਗਾ। ਤੇ ਆਹ ਦੋ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਨੇ ਇਹ ਕਾਂਸਟੈਂਟ ਫਾਈਂਡ ਕਰਨ ਵਾਸਤੇ ਸੀਗੀਆਂ। ਜੇ ਧਿਆਨ 'ਚ ਹੋਵੇ, ਇਹਦਾ ਪਹਿਲਾਂ ਲੈਪਲੇਸ ਟ੍ਰਾਂਸਫਾਰਮ ਲਿਆ ਸੀਗਾ, ਫਿਰ v ਬਾਅਦ 'ਚ ਕੰਡੀਸ਼ਨ ਬਣ ਗਈਆਂ ਸੀ, ਫਿਰ ਇਹਦਾ ਆਪਾਂ ਨੇ ਕਾਂਸਟੈਂਟ ਫਾਈਂਡ ਕਰੇ ਸੀਗੇ। ਬਿਲਕੁਲ ਇਸੇ ਪ੍ਰਕਾਰ ਹੀ ਇਹਦੇ ਵਿੱਚ ਵੀ ਇੱਕ ਕੁਐਸਚਨ ਸੀਗਾ ਹੋਰ, ਜਿਵੇਂ ਇਹਦੇ ਵਿੱਚ ਕਰਲੀ 2v ਬਾਈ ਕਰਲੀ t ਸਕੁਅਰ c ਸਕੁਅਰ ਕਰਲੀ 2v ਬਾਈ ਕਰਲੀ x ਸਕੁਅਰ, ਜਿਸ 'ਚ ਡਬਲ ਡੈਰੀਵੇਟਿਵ ਸੀ t ਨਾਲ। ਇਹਦੇ ਵਿੱਚ ਕੰਡੀਸ਼ਨਾਂ ਦੋ ਇਸ ਤਰ੍ਹਾਂ ਦੀਆਂ ਸੀਗੀਆਂ, ਇੱਕ ਆ ਗਿਵਨ ਹੁੰਦਾ ਸੀ, ਇੱਕ ਆ ਗਿਵਨ ਹੁੰਦਾ ਸੀ। ਤੇ ਇਹਦੇ ਵਿੱਚ ਜਿਵੇਂ ਇੱਕ 0t ਇੱਕ 2t ਵਾਲੀ ਜੋ ਵੀ ਹੈ। ਫਰਕ ਧਿਆਨ ਰੱਖਣਾ, ਜਿੱਥੇ ਸਿੰਗਲ ਡੈਰੀਵੇਟਿਵ ਲਾਸਟ ਲੈਕਚਰ ਕੁਐਸਚਨ ਕੀਤੇ, ਸਿੰਗਲ ਡੈਰੀਵੇਟਿਵ ਦੇ ਵਿੱਚ ਕੰਡੀਸ਼ਨਾਂ 3 ਸੀਗੀਆਂ। ਜੇ ਇਧਰੇ ਪਾਸੇ ਡਬਲ ਡੈਰੀਵੇਟਿਵ ਵਿਦ ਰਿਸਪੈਕਟ ਟੂ t ਹੋ ਰਿਹਾ ਪਾਰਸ਼ਲ ਡੈਰੀਵੇਟਿਵ, ਇਹ ਚ ਕੰਡੀਸ਼ਨਾਂ 4 ਸੀਗੀਆਂ। ਇਹ ਆਪਾਂ ਸੋਲਵ ਕੀਤੇ ਸੀਗੇ। ਤੇ ਇਦਾਂ ਦੇ ਕੁਐਸਚਨ ਵੀ ਕੀਤੇ ਸੀ ਆਪਾਂ ਨੇ ਕਿ ਕਾਂਸਟੈਂਟ ਕਰਨ ਵਾਸਤੇ, ਫਾਈਂਡ ਕਰਨ ਵਾਸਤੇ ਇੱਕ ਕੰਡੀਸ਼ਨ ਸਿੱਧੀ ਗਿਵਨ ਹੁੰਦੀ ਹੈ, ਡਾਇਰੈਕਟ ਗਿਵਨ ਹੁੰਦੀ ਹੈ, ਇੱਕ ਹੁੰਦੀ ਹੈ ਇਨਡਾਇਰੈਕਟ। ਮਤਲਬ ਉਹ ਚ ਗਿਵਨ ਸੀਗਾ ਕਿ vxt ਇਜ਼ ਬਾਉਂਡਡ। ਵੇਰੀਏਬਲ ਦਾ ਫਰਕ ਨਹੀਂ ਪੈਂਦਾ ਹੈਗਾ, ਉਹਦੇ v ਹੋਵੇ, u ਹੋਵੇ, y ਹੋਵੇ, ਕੋਈ ਫਰਕ ਨਹੀਂ ਪੈਂਦਾ ਵੇਰੀਏਬਲ ਦਾ। ਇਦਾਂ ਕੰਡੀਸ਼ਨ ਗਿਵਨ ਸੀਗੀਆਂ। ਮਤਲਬ ਕਿ ਜਿਹੜੇ ਪਿੱਛੇ ਲਾਸਟ ਲੈਕਚਰ ਕੁਐਸਚਨ ਕੀਤੇ ਨੇ ਆਪਾਂ ਨੇ, ਉਹਦੇ ਵਿੱਚ ਇੱਕ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ ਸੀ, ਇੱਕ ਨਾ ਕੰਡੀਸ਼ਨਸ ਗਿਵਨ ਸੀਗੀਆਂ। ਜੇ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਪਤਾ ਹੋਵੇ ਤੇ ਕੰਡੀਸ਼ਨ ਪਤਾ ਹੋਵੇ, ਫਿਰ ਆਪਾਂ ਸੋਲਵ ਕਰ ਲਵਾਂਗੇ। ਕੋਈ ਲੈਪਲੇਸ ਲਵਾਂਗੇ, ਫਿਰ ਇਨਵਰਸ ਲੈਪਲੇਸ ਟ੍ਰਾਂਸਫਾਰਮ ਲਵਾਂਗੇ। ਜੇ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਚ ਵਿਦ ਰਿਸਪੈਕਟ ਟੂ t ਸਿੰਗਲ ਆਰਡਰ ਡੈਰੀਵੇਟਿਵ ਆ, ਸਿੰਗਲ ਆਰਡਰ ਡੈਰੀਵੇਟਿਵ ਆ, ਤਾਂ ਕੰਡੀਸ਼ਨ 3 ਚਾਹੀਦੀਆਂ ਆਪਾਂ ਨੂੰ। ਜੇ ਡਬਲ ਆਰਡਰ ਡੈਰੀਵੇਟਿਵ ਹੈਗਾ ਤਾਂ ਕੰਡੀਸ਼ਨ 4 ਚਾਹੀਦੀਆਂ ਆਪਾਂ ਨੂੰ। ਕਰਲੀ 2v ਬਾਈ ਕਰਲੀ x ਕੀ ਤਾਂ ਹੋਊਗਾ ਹੀ ਹੋਊਗਾ ਹਰੇਕ ਦੇ ਵਿੱਚ। ਫਰਕ ਇਹ ਸੀਗਾ, ਕਈ ਕੁਐਸਚਨ ਸਿੰਗਲ ਡੈਰੀਵੇਟਿਵ ਸੀ ਇੱਥੇ, ਕਈਆਂ ਚ ਡਬਲ ਡੈਰੀਵੇਟਿਵ ਸੀ ਵਿਦ ਰਿਸਪੈਕਟ ਟੂ t ਪਾਰਸ਼ਲ ਡੈਰੀਵੇਟਿਵ। ਇਹ ਚ ਕੰਡੀਸ਼ਨ 4 ਚਾਹੀਦੀਆਂ, ਚ ਕੰਡੀਸ਼ਨ ਆਪਾਂ 3 ਚਾਹੀਦੀਆਂ ਨੇ। ਇਹ ਕੁਐਸਚਨ ਜੇ ਕੰਪਲੀਟ ਹੋਵੇ ਤਾਂ ਕੁਐਸਚਨ ਲਾਸਟ ਲੈਕਚਰ ਕੀਤੇ ਸੀ ਆਪਾਂ ਨੇ। ਇਹ ਮੈਥਮੈਟਿਕਲ ਪ੍ਰੋਬਲਮ ਹੈ ਜੀ, ਮੈਥਮੈਟਿਕਲ ਸਿੰਬਲ ਯੂਜ਼ ਕੀਤੇ ਨੇ ਆਪਾਂ ਨੇ। ਆਪਣਾ ਕੰਮ ਕੀ ਹੈ, ਜੋ ਆਪਾਂ ਨਿਊਮੈਰੀਕਲ ਪੜ੍ਹਿਆ ਸੀਗਾ ਉਹ ਨਿਊਮੈਰੀਕਲ ਨੂੰ ਆਪਾਂ ਇਸ ਫਾਰਮ ਦੇ ਵਿੱਚ ਕਨਵਰਟ ਕਰਨਾ, ਮੈਥਮੈਟਿਕਲ ਫਾਰਮ ਚ ਕਨਵਰਟ ਕਰਕੇ ਫਿਰ ਜੇ ਪਿੱਛੇ ਸੋਲਵ ਕਰਦੇ ਨੇ ਬਾਕੀ ਕੰਮ ਸਾਰਾ ਉਹੀ ਆ। ਇੱਕ ਵਾਰੀ ਮੈਥਮੈਟਿਕਲ ਫਾਰਮ ਬਣ ਗਈ ਤਾਂ ਇਹ ਕੁਐਸਚਨ ਪਿਛਲੇ ਐਕਸਰਸਾਈਜ਼ ਦਾ ਕੁਐਸਚਨ ਬਣ ਜਾਏਗਾ। ਪਿਛਲੇ ਐਕਸਰਸਾਈਜ਼ ਦੇ ਕੁਐਸਚਨ ਕੀਤੇ ਸੀ ਆਪਾਂ ਨੇ, ਉਦੋਂ ਹੀ ਕੁਐਸਚਨ ਸੋਲਵ ਹੋਣਗੇ। ਬਸ ਇਹ ਜੀ ਮੇਨ ਗੱਲ ਇਹੀ ਆ ਕਿ ਆਪਾਂ ਨੇ ਇਹ ਕੁਐਸਚਨ ਨੂੰ ਮੈਥਮੈਟਿਕਲ ਫਾਰਮ ਕਿਵੇਂ ਕਨਵਰਟ ਕਰਨੀ ਹੈ। ਦੇਖੋ, ਜੋ ਨਿਊਮੈਰੀਕਲ ਆਪਾਂ ਪੜ੍ਹ ਰਹੇ ਹਾਂ ਨਾ ਉਹਦੇ ਚ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ, ਇਹ ਵੀ ਜ਼ਰੂਰੀ ਚਾਹੀਦੀ ਆਪਾਂ ਨੂੰ, ਅਤੇ ਨਾ ਕੰਡੀਸ਼ਨ ਗਿਵਨ ਨੇ, ਸਿੱਧੀਆਂ ਨਹੀਂ ਗਿਵਨ ਹੈਗੀਆਂ। ਹੁਣ ਇਹ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਕਿੱਦਾਂ ਬਣਾਉਣੀ ਹੈ, ਕੰਡੀਸ਼ਨ ਕਿੱਦਾਂ ਦੇਖਣੀ ਹੈ, ਇਹ ਗੱਲ ਆਪਾਂ ਸਮਝਣੀ ਇਹਦੇ ਵਿੱਚ। ਉਹਦੇ ਵਾਸਤੇ ਸਭ ਤੋਂ ਪਹਿਲਾ ਕੰਮ ਕੀ ਹੈਗਾ,
ਜਿਹੜੀ ਆ ਇਕੁਏਸ਼ਨ ਹੈਗੀ ਆ ਇਹਨੂੰ ਹੀਟ ਇਕੁਏਸ਼ਨ ਕਹਿੰਦੇ ਆ, ਹੀਟ ਇਕੁਏਸ਼ਨ। ਜਿਹੜੀ ਆ ਵਾਲੀ ਹੈਗੀ ਆ ਇਹਨੂੰ ਕਹਿੰਦੇ ਹੈਗੇ ਆਪਾਂ ਵੇਵ ਇਕੁਏਸ਼ਨ। ਇਹ ਯਾਦ ਰੱਖਣੀਆਂ ਪੈਣਗੀਆਂ, ਵੇਵ ਇਕੁਏਸ਼ਨ। ਆਪਾਂ ਕਰਾਂਗੇ ਉੱਥੇ ਸਿੰਬਲ ਆਪਾਂ ਵੈਸੇ y ਯੂਜ਼ ਕਰਾਂਗੇ, ਇਹ ਕੋਈ ਫਰਕ ਨਹੀਂ ਪੈਂਦਾ, ਸਿੰਬਲ ਜਿਹੜਾ ਮਰਜ਼ੀ ਯੂਜ਼ ਕਰ ਲਓ, ਵੈਸੇ y ਸਿੰਬਲ ਆਪਾਂ ਯੂਜ਼ ਕਰਾਂਗੇ, ਉਹਦੇ ਅਕੋਰਡਿੰਗਲੀ ਕੰਡੀਸ਼ਨ ਸਾਰੀਆਂ y ਚ ਹੋਣਗੀਆਂ। ਇਹ ਹੁੰਦੀ ਇਹ ਕੀ ਹੁੰਦਾ ਉਹ ਦੇਖਾਂਗੇ। ਪਹਿਲਾਂ ਕੁਐਸਚਨ ਆਪਾਂ ਇਹਦੇ ਕਰ ਰਹੇ ਹੀਟ ਇਕੁਏਸ਼ਨ ਦੇ, ਵੇਵ ਇਕੁਏਸ਼ਨ ਦਾ ਕੁਐਸਚਨ ਬਾਅਦ ਚੋਂ ਕਰਾਂਗੇ ਆਪਾਂ। ਮੈਂ ਦੁਬਾਰਾ ਕਰ ਰਿਹਾ ਕਿ ਜਿਹੜੀ ਵਰਡ ਪ੍ਰੋਬਲਮ ਹੈਗੀ ਆ ਉਹਨੂੰ ਜੇ ਮੈਥਮੈਟਿਕਲ ਫਾਰਮ ਚ ਆਪਾਂ ਕਨਵਰਟ ਕਰ ਲਈਏ ਤਾਂ ਜੇ ਪਿੱਛੇ ਕੁਐਸਚਨ ਕੀਤੇ ਨੇ ਸਾਰਾ ਉਸ ਤਰ੍ਹਾਂ ਕੁਐਸਚਨ ਬਣ ਜਾਏਗਾ। ਹੁਣ ਇਹ ਕਨਵਰਟ ਕਿਵੇਂ ਕਰਨਾ ਉਹ ਦੇਖੋ। ਜੇ ਤਾਂ ਉਹਨਾਂ ਨੇ ਨੂਮੈਰੀਕਲ ਦੇ ਵਿੱਚ ਹੀਟ ਦੀ ਗੱਲ ਕੀਤੀ ਹੈਗੀ ਆ ਤਾਂ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਆਪਾਂ ਆਹ ਮੰਨਾਂਗੇ। ਜੇ ਵੇਵ ਦੀ ਗੱਲ ਹੋ ਰਹੀ ਆ ਉਹ ਦੇਖਾਂਗੇ ਕੁਐਸਚਨ ਵੇਵ ਦੀ ਗੱਲ ਕਿਵੇਂ ਹੋ ਰਹੀ ਆ ਤਾਂ ਉਹ ਚ ਪਾਰਸ਼ਲ ਡਿਫਰੈਂਸ਼ੀਅਲ ਕਿੱਦਾਂ ਮੰਨਾਂਗੇ। ਮਤਲਬ ਕਿ ਸਟੇਟਮੈਂਟ ਦੇਖ ਕੇ ਆਪਾਂ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਡਿਸਾਈਡ ਕਰਾਂਗੇ। ਸਟੇਟਮੈਂਟ ਦੇਖ ਕੇ ਆਪਾਂ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਡਿਸਾਈਡ ਕਰਾਂਗੇ। ਹੁਣ ਜਿਵੇਂ ਇਸ ਕੁਐਸਚਨ ਕੀ ਕਿਹਾ ਉਹਨਾਂ ਨੇ, ਸੈਮੀ ਇਨਫਾਈਨਾਈਟ ਸੋਲਿਡ ਦਾ ਡਾਇਗਰਾਮ ਬਣਾਵਾਂਗੇ ਬਾਕੀ ਬਾਅਦ ਚੋਂ। ਇਨੀਸ਼ੀਅਲ ਟੈਂਪਰੇਚਰ ਦਿਸ, ਹੀਟ में ਟੈਂਪਰੇਚਰ ਦੀ ਗੱਲ, ਹੀਟ ਦੀ ਗੱਲ ਹੋ ਰਹੀ ਹੈ ਤਾਂ ਇਸ ਕੇਸ ਚ ਆਪਾਂ ਹੀਟ ਇਕੁਏਸ਼ਨ ਯੂਜ਼ ਕਰਾਂਗੇ। ਉਸ ਤੋਂ ਬਾਅਦ ਕੰਡੀਸ਼ਨ ਕਿੱਦਾਂ ਬਣਾਉਣੀ, ਕੰਡੀਸ਼ਨ ਤਾਂ ਬਣਨਗੀਆਂ ਮਤਲਬ ਤਾਂ ਆਪਾਂ ਡਿਸਾਈਡ ਹੋ ਗਿਆ ਕਿ ਇਸ ਕੇਸ ਆਪਾਂ ਨੇ ਆਹ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਲੈਣੀ ਹੈ। ਅੱਗੇ ਇਕੁਏਸ਼ਨਸ ਕਿੱਦਾਂ ਬਣਨਗੀਆਂ ਉਹ ਆਪਾਂ ਪ੍ਰੋਪਰ ਡਾਇਗਰਾਮ ਬਣਾਵਾਂਗੇ ਫਿਰ ਸਮਝ ਆਊਗਾ ਜੀ। ਉਹ ਦੇਖੋ मैं पढ़ रहा स्टेटमेंट जी। एक सैमी इनफाइनाइट सॉलिड आ, इनफाइनाइट देख सकते हो जिसका कोई एंड ना हो। सैमी मतलब कि जिवें आपां आ लईए ये सॉलिड आ, सॉलिड मतलब मोटाई आ, इहदा इधरले पासे कोई एंड पॉइंट नहीं हैगा, इधरले पासे कोई एंड पॉइंट नहीं हैगा। इधरले पासे माइनस इनफिनिटी आ, इधरले पासे प्लस इनफिनिटी आ, दोनों पासे कोई एंड नहीं हैगा। इन्हों कहने आपां इनफाइनाइट सॉलिड है। सॉलिड मतलब कि कोई भी मोटी चीज होवे। हुण उन्हें वर्ड यूज किया हैगा सैमी, इहदा अद्ध करना, इत्थों सेंटर जो अद्ध करता है, जे सेंटर जो अद्ध किया आपां ने, जिहड़ा ए पोर्शन हैगा उरे तो लैके उरे तक वाला हैगा तो यह भी इनफाइनाइट आ, लेंथ इनफाइनाइट ही है जी, पर अद्धा हो गया कहांगे आप सैमी इनफाइनाइट सॉलिड। मतलब डायग्राम बनाइए आप तो वही डायग्राम इदा बनेगी, इधर पास चली जा रहा सोन सॉलिड, ये सैमी इनफाइनाइट सॉलिड। इस तो बाद हैव इनिशियल टेंपरेचर Z इक्वल टू 0। हुण जिहड़ी गल देखनी आ वो गल समझनी है, जिहड़ी हीट इक्वेशन है ये है करली टू वी, करली वी बाय करली टी इज इक्वल टू लैम्डा करली टू वी बाय करली एक्स स्क्वायर। हुण ये गल समझने कि सिंबल किवें किवें ने। वी सिंबल जिहड़ा हैगा हीट वास्ते या टैंपरेचर वास्ते कह लो, जिस तरह मर्जी कह लो, ये टैंपरेचर वास्ते है, टैंपरेचर वास्ते सिंबल, ये ध्यान रखना सारी गल्लां। ते एक्स जिहड़ा हैगा ये एक्स एक्सिस मतलब कि ये डिस्टेंस वास्ते है, इधर एक्स वेरी करेगा, ये एक्स डिस्टेंस वास्ते है। जिवें आपां लै लईए इधर एक्स 0 हुंदा, इधर इधर इनफिनिटी हुंदा प्लस ते इधर माइनस इनफिनिटी हुंदा। ये एक्स डायमेंशन लेंथ वास्ते है, इत्थे जिहड़ा हैगा वो एक्स 0 है, इत्थे एक्स 0 है। तो एक्स जो है वो डिस्टेंस वास्ते हो गया सिंबल, ते टी जो सिंबल है ये टाइम वास्ते सिंबल है। हुण थोड़ी समझ नहीं है कि गल किवें हो रही है। मान लो जे इत्थों आपां नूं हीट गर्म करना शुरू करता, इत्थों ये समझनी है गल, ध्यान, ये सिरा आपां ने गर्म करना शुरू करता, तो ये मान लो कि गुड कंडक्टर ऑफ हीट आ, मतलब हीट फ्लो करेगा। मान लो जे इधरले पासे आपां गर्म करना शुरू करता तो हौली हौली टैंपरेचर अगे फ्लो करेगा। जिवें इन्हों आपां ने मान लो 100 डिग्री सेंटीग्रेड तक गर्म करता इस सिरे नूं,
ਜਿਵੇਂ ਸਿੰਪਲ ਜੀ ਗੱਲ ਲੈ ਲਓ, ਜਿਵੇਂ ਪਤਾ ਹੀ ਹੋਊਗਾ, ਜਿਵੇਂ ਆਪਾਂ ਰਸੋਈ ਦੇ ਵਿੱਚ ਕੜਾਹੀ ਵਾਸਤੇ ਖੁਰਚਣਾ ਯੂਜ਼ ਕਰਦੇ ਹਾਂ, ਲੋਹੇ ਦਾ ਖੁਰਚਣਾ ਲਾ ਲਓ, ਜਿਹੜਾ ਪਲਟਣ ਵਾਸਤੇ ਪਲਟਾ ਵੀ ਕਹਿ ਸਕਦੇ ਹਾਂ ਜਿਹਨੂੰ ਆਪਾਂ। ਉਹਦੇ ਵਿੱਚ ਕੀ ਹੁੰਦਾ ਹੈ, ਜੇ ਉਹ ਲੋਹੇ ਦਾ ਹੋਏਗਾ, ਜੇ ਕੁਝ ਦੇਰ ਆਪਾਂ ਉਹਨੂੰ ਨੀਚੋਂ ਗੈਸ ਚਲਾਈ ਹੋਈ ਆ, ਕੁਝ ਦੇਰ ਆਪਾਂ ਉਹਨੂੰ ਕੜਾਹੀ 'ਚ ਰੱਖਾਂਗੇ ਤਾਂ ਹੌਲੀ ਹੌਲੀ ਉਹ ਗਰਮ ਹੋ ਜਾਏਗਾ। ਉਹ ਵੀ ਜਿਵੇਂ ਆ ਦੇਖੋ ਕੜਾਹੀ ਆ, ਮੰਨ ਲਓ ਇਹ ਖੁਰਚਣਾ ਰੱਖਤਾ ਵਿੱਚ ਜਾਂ ਪਲਟਾ ਰੱਖਤਾ ਆਪਾਂ ਵਿੱਚ, ਜੇ ਟੱਚ ਕਰੇਗਾ ਇਹਨੂੰ 1-2 ਮਿੰਟ ਵਾਸਤੇ ਰੱਖ ਦੋ। ਇਹ ਮੰਨ ਲਓ ਕਿ ਸਟੀਲ ਦਾ ਬਣਿਆ ਹੋਇਆ, ਲੱਕੜ ਦਾ ਨਹੀਂ ਹੈਗਾ, ਸਟੀਲ ਦਾ, ਇਹ ਗੁੱਡ ਕੰਡਕਟਰ ਆਫ ਹੀਟ ਆ। ਇੱਥੇ ਆਪਾਂ ਅੱਗ ਲਾਈ, ਗੈਸ ਲਾਈ ਹੋਈ ਆ, ਤਾਂ ਇੱਥੋਂ ਹੀਟ ਫਲੋ ਕਰਦੇ 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 ਇਹ ਐਂਡ ਵੀ ਗਰਮ ਹੋ ਜਾਏਗਾ, ਇੱਥੋਂ ਫੜਨਾ ਵੀ ਆਪਾਂ ਨੂੰ ਔਖਾ ਹੋ ਜਾਏਗਾ ਜੇ ਕੁਝ ਟਾਈਮ ਇਹ ਪਿਆ ਰਹੇ। ਇਹਦਾ ਮਤਲਬ ਕੀ ਹੈ ਕਿ ਹੀਟ ਜੋ ਹੈਗੀ ਆ ਪਹਿਲਾਂ ਗਰਮ ਨਹੀਂ ਸੀਗਾ, ਜੇ ਕੁਝ ਟਾਈਮ ਆਪਾਂ ਰੱਖਾਂਗੇ ਇਹਨੂੰ ਤਾਂ ਟਾਈਮ ਪਾ ਕੇ ਹੀਟ ਫਲੋ ਕਰਦੀ ਕਰਦੀ ਉਰੇ ਤੱਕ ਪਹੁੰਚ ਜਾਊਗੀ, ਤੇ ਆਪਾਂ ਇਹਨੂੰ ਫੜਾਂਗੇ, ਆਪਾਂ ਤੱਤਾ ਮਹਿਸੂਸ, ਗਰਮ ਮਹਿਸੂਸ ਹੋਏਗਾ ਇੱਥੋਂ। ਇਦਾਂ ਹੀ ਆ, ਜੇ ਆਪਾਂ 100 ਡਿਗਰੀ ਸੈਂਟੀਗ੍ਰੇਡ ਤੇ ਰੱਖਾਂਗੇ ਤਾਂ ਹੌਲੀ ਹੌਲੀ ਹੀਟ ਫਲੋ ਹੋਏਗੀ। ਤੇ V ਹੀਟ ਵਾਸਤੇ ਆ, VXT, ਇਹ ਗੱਲ ਸਮਝਿਓ, VXT ਸਿੰਬਲ ਹੈ ਕਾਹਦੇ ਵਾਸਤੇ ਆ। ਜੇ ਮੈਂ ਤੁਹਾਨੂੰ ਕਹਾਂ ਕਿ V20 ਆ, ਇਹਦਾ ਮਤਲਬ ਕੀ ਆ, X2 ਆ, ਮਤਲਬ 2 ਡਿਸਟੈਂਸ ਤੇ ਜਦੋਂ ਟਾਈਮ 0 ਹੋਊਗਾ, ਜੋ ਟਾਈਮ 0 ਮਤਲਬ ਕਿ ਸਟਾਰਟਿੰਗ ਹੁੰਦੀ ਹੈ, ਟਾਈਮ 0 ਤਾਂ ਕਹਿੰਦੇ ਆ ਜਦੋਂ ਆਪਾਂ ਦੇਖਣਾ ਸ਼ੁਰੂ ਕਰਦੇ ਹਾਂ, ਇਨੀਸ਼ੀਅਲੀ ਕਹਿੰਦੇ ਆ। ਇਨੀਸ਼ੀਅਲੀ ਮਤਲਬ ਟਾਈਮ 0 ਆ, ਕਿ ਜਦੋਂ ਟਾਈਮ 2 ਹੈ, ਮਤਲਬ ਜੋ ਟਾਈਮ 0 ਹੈ, ਇਨੀਸ਼ੀਅਲੀ ਹੈ, ਜੋ ਆਪਾਂ ਦੇਖਣਾ ਸ਼ੁਰੂ ਕੀਤਾ, ਡਿਸਟੈਂਸ 2 ਆ, ਆਹ ਡਿਸਟੈਂਸ 2 ਹੈਗਾ। ਇਸ ਵੇਲੇ ਦੀ ਗੱਲ ਕਰ ਰਿਹਾ ਕਿ ਉਰੇ ਹੀਟ ਕਿੰਨੀ ਹੋਗੀ, ਉਰੇ ਕਿੰਨੀ, ਪੂਰਾ ਟੈਂਪਰੇਚਰ ਕਿੰਨਾ ਹੋਊਗਾ ਇਸ ਟਾਈਮ ਇੱਥੇ, ਇਹਦਾ ਮਤਲਬ ਇਹ ਹੈ। ਤੇ ਇਹਦਾ ਮਤਲਬ ਕੀ ਹੈ, V25, ਇਹੀ ਡਿਸਟੈਂਸ ਤੇ ਜਦੋਂ ਟਾਈਮ 5 ਸਕਿੰਟ ਹੋ ਗਿਆ, ਉਰੇ ਹੀਟ ਕਿੰਨੀ ਆ। V ਮਤਲਬ ਹੀਟ ਦੀ ਗੱਲ ਕਰ ਰਿਹਾ, ਤਾਂ ਇਹ ਸਿੰਬਲ ਧਿਆਨ ਨਾਲ ਦੇਖਣੇ ਨੇ ਆਪਾਂ ਨੇ। V ਮਤਲਬ ਹੀਟ ਦੀ ਗੱਲ ਹੋ ਰਹੀ ਹੈ, ਮਤਲਬ ਕਿ ਇਹਦੇ ਵਿੱਚ ਆਪਣੇ ਕੋਲ ਜਦੋਂ V ਆਪਣੇ ਕੋਲ X2 ਹੋਊਗਾ, T5 ਹੋਊਗਾ, ਤਾਂ ਉਰੇ ਜਿਵੇਂ ਮੈਂ ਇਹਦੀ ਗੱਲ ਕਰਾਂ V10 2 ਪਾ ਲਓ, 10 ਡਿਸਟੈਂਸ ਤੇ ਜੋ 10 ਡਿਸਟੈਂਸ ਹੈਗਾ 2 ਸਕਿੰਟ ਬਾਅਦ ਕਿੰਨੀ ਹੀਟ ਹੋਏਗੀ, ਕਿੰਨਾ ਟੈਂਪਰੇਚਰ ਹੋਊਗਾ, ਇਦਾਂ ਕਰੋ ਕਿੰਨਾ ਟੈਂਪਰੇਚਰ ਹੋਊਗਾ, ਤਾਂ ਉਰੇ ਇਹਦੀ ਗੱਲ ਕਰ ਰਹੇ ਹਾਂ। ਇਹ ਸਿੰਬਲ ਥੋੜੇ ਧਿਆਨ ਰੱਖਣੇ ਨੇ ਕਿ VXT ਮਤਲਬ ਕੀ ਗੱਲ ਹੋ ਰਹੀ ਹੈ। ਹੁਣ ਆਪਾਂ ਸਟੇਟਮੈਂਟ ਤੇ ਆਉਂਦੇ ਹਾਂ, ਸਟੇਟਮੈਂਟ ਕੀ ਕਿਹਾ, ਸੈਮੀ ਇਨਫਾਈਨਾਈਟ ਸੋਲਿਡ ਆਪਣੇ ਕੋਲ, ਤੇ x greater than 0 ਆ, ਚਲੋ x greater than 0 ਆ ਲਿਆ ਹੈਗਾ, ਜਿਵੇਂ ਇੱਧਰਲੇ ਪਾਸੇ ਇਨਫਾਈਨਾਈਟ ਸੋਲਿਡ ਆ, ਇਹ x ਆ, ਇੱਧਰਲੇ ਪਾਸੇ x greater than 0 ਹੁੰਦਾ, ਲੈਸ than 0 ਹੁੰਦਾ, ਜੋ ਗ੍ਰੇਟਰ ਵਾਲਾ ਹੈਗਾ ਉਹ ਚੱਕਣਾ ਆਪਾਂ ਨੇ, greater than 0 ਵਾਲਾ, ਚਲੋ ਕੋਈ ਫਰਕ ਨਹੀਂ ਪੈਂਦਾ, ਆ ਚੱਲੀ ਜਾ ਰਿਹਾ। ਪੂਰੇ x ਕਿੰਨਾ ਹੈਗਾ ਆਪਣੇ ਕੋਲ, 0 ਦਿੱਤਾ ਹੋਇਆ। ਉਹਨੇ ਕਿਹਾ ਹੈਗਾ ਇਨੀਸ਼ੀਅਲੀ ਟੈਂਪਰੇਚਰ 0, ਇਨੀਸ਼ੀਅਲੀ ਕੀ ਹੁੰਦਾ ਹੈਗਾ, ਹੁਣ VXT ਨੇ ਸਟਾਰਟਿੰਗ ਦੇ ਵਿੱਚ ਟੈਂਪਰੇਚਰ 0 ਦੀ, ਸਟਾਰਟਿੰਗ ਮਤਲਬ ਹੁੰਦਾ ਜਦੋਂ ਆਪਾਂ ਦੇਖਣਾ ਸ਼ੁਰੂ ਕੀਤਾ, ਮਤਲਬ ਜੋ ਟਾਈਮ 0 ਹੈਗਾ, ਜਦੋਂ ਟਾਈਮ 0 ਹੈਗਾ ਇਨੀਸ਼ੀਅਲੀ, ਉਦੋਂ V ਜੋ ਟੈਂਪਰੇਚਰ ਹੈ ਉਹਦੀ ਵੈਲਿਊ ਕਿੰਨੀ ਹੈਗੀ ਆ, 0। ਉਰੇ x ਕਿਉਂ ਲਿਆ ਆਪਾਂ ਨੇ, ਮਤਲਬ ਕਿ ਸਟਾਰਟਿੰਗ ਦੇ ਵਿੱਚ ਕਿਤੇ ਵੀ ਹੀਟ ਨਹੀਂ ਹੈਗੀ, ਕੁਝ ਨਹੀਂ ਕਰੋ ਕੀਤਾ, ਸਾਰਾ ਨਾਰਮਲ ਰਹੇਗਾ। ਸਟਾਰਟਿੰਗ ਦੇ ਵਿੱਚ ਕਿਤੇ ਵੀ ਆਪਾਂ ਟੈਂਪਰੇਚਰ ਰਾਈਜ਼ ਨਹੀਂ ਕੀਤਾ ਹੈਗਾ, ਤਾਂ ਸਾਰੇ ਕਿਤੇ ਚਾਹੇ ਉਰੇ ਲੈ ਲਓ ਚਾਹੇ ਉਰੇ ਲੈ ਲਓ, x ਜੋ ਮਰਜ਼ੀ ਹੋਵੇ, ਮਤਲਬ x ਤਾਂ ਪਾਇਆ, x ਜੋ ਮਰਜ਼ੀ ਹੋਵੇ, ਕਿਸੇ ਵੀ ਡਿਸਟੈਂਸ ਤੇ ਆਪਾਂ ਟੈਂਪਰੇਚਰ ਦੇਖਾਂਗੇ ਉਹ ਕਿੰਨਾ ਹੋਊਗਾ, 0, ਕਿਉਂਕਿ ਸਟਾਰਟਿੰਗ ਕੋਈ ਟੈਂਪਰੇਚਰ ਆਪਾਂ ਦਿੱਤਾ ਹੀ ਨਹੀਂ ਹੈਗਾ ਇਹਨੂੰ ਆਪਾਂ, ਇਹ ਇਨੀਸ਼ੀਅਲ ਦੀ ਗੱਲ ਹੋ ਰਹੀ ਹੈ, ਇਹਨੂੰ ਆਪਾਂ ਇਨੀਸ਼ੀਅਲ ਕੰਡੀਸ਼ਨ ਵੀ ਕਹਿ ਸਕਦੇ ਹਾਂ। ਇਨੀਸ਼ੀਅਲ ਕੰਡੀਸ਼ਨ ਕਿਹੜੀ ਹੁੰਦੀ ਆ, ਜਦੋਂ ਟੈਂਪਰੇਚਰ ਟਾਈਮ 0 ਹੋਵੇ, ਉਹ ਕੰਡੀਸ਼ਨ ਨੂੰ ਆਪਾਂ ਇਨੀਸ਼ੀਅਲ ਕੰਡੀਸ਼ਨ ਵੀ ਕਹਿ ਸਕਦੇ ਹਾਂ, ਨਾਮ ਹੀ ਹੁੰਦਾ ਜਸਟ ਕੱਲਾ। ਚਲੋ ਇੱਕ ਕੰਡੀਸ਼ਨ ਬਣ ਗਈ, 3 ਕੰਡੀਸ਼ਨ ਬਣਾਉਣੀ ਆਪਾਂ, 3 ਕੰਡੀਸ਼ਨ ਬਣਾਉਣੀ ਆਪਾਂ, ਇੱਕ ਤਾਂ ਕੰਡੀਸ਼ਨ ਬਣ ਗਈ, 2 T ਚ ਬਣ ਗਈਆਂ। ਚਲੋ ਦੇਖਦੇ ਹਾਂ ਆਪਾਂ, at T equal to 0 a constant temperature V0 is applied and maintained at phase x equal to 0। ਹੁਣ ਗੱਲ ਸਮਝਣੀ ਹੈ,
ਕੀ ਕੀਤਾ ਉਹਨਾਂ ਨੇ ਸਟਾਰਟਿੰਗ ਦੇ ਵਿੱਚ V0 ਟੈਂਪਰੇਚਰ ਅਪਲਾਈਡ ਕੀਤਾ ਉਹਨਾਂ ਨੇ ਆਹ ਸਿਰੇ ਦੇ ਉੱਪਰ ਇਹਨੂੰ ਗਰਮ ਕਰਨਾ ਸ਼ੁਰੂ ਕਰਤਾ। ਕਿੰਨਾ ਗਰਮ ਕੀਤਾ? ਮੰਨ ਲਓ V0 ਤੱਕ ਗਰਮ ਕਰ ਲਿਆ, ਸਮਝਾਉਣ ਵਾਸਤੇ ਮੰਨ ਲਓ 100 ਡਿਗਰੀ ਸੈਂਟੀਗ੍ਰੇਡ ਤੇ ਗਰਮ ਕਰ ਲੈਣਾ, ਕਰਤਾ ਗਰਮ ਜੀ। ਗਰਮ ਕਰਨ ਤੋਂ ਬਾਅਦ ਫਿਰ ਛੱਡਤਾ ਆਪਾਂ ਇਹਨੂੰ, ਮੈਂ ਗਰਮ ਕਰਤਾ। ਜੋ ਆਪਾਂ ਗਰਮ ਕਰਾਂਗੇ 100 ਡਿਗਰੀ ਸੈਂਟੀਗ੍ਰੇਡ ਤੇ ਗਰਮ ਕਰਤਾ ਤਾਂ ਹੌਲੀ ਹੌਲੀ ਹੀਟ ਫਲੋ ਹੋਏਗੀ। ਮਤਲਬ ਕਿ ਜਿਹੜਾ x ਇਕੁਅਲ ਟੂ 0 ਵਾਲਾ ਹਿੱਸਾ ਸੀ, ਜਿੱਥੇ x 0 ਆਹ, ਇਹ ਆਪਾਂ ਨੇ 100 ਡਿਗਰੀ ਸੈਂਟੀਗ੍ਰੇਡ ਤੇ ਗਰਮ ਕਰਤਾ। ਮੰਨ ਲਓ ਸਮਝਣ ਵਾਸਤੇ ਹੀ ਹੈ ਜੀ। ਉਹਨੇ ਵਰਡ ਪਾਇਆ ਮੇਨਟੇਨਡ। ਮੇਨਟੇਨਡ ਦਾ ਮਤਲਬ ਕੀ ਹੋ ਗਿਆ? ਹੌਲੀ ਹੌਲੀ ਗਰਮ ਕੀਤਾ। ਪਹਿਲਾਂ 10 ਹੋ ਗਿਆ ਟੈਂਪਰੇਚਰ, ਫਿਰ 20 ਹੋ ਗਿਆ, ਫਿਰ 100 ਤੇ ਪਹੁੰਚ ਗਏ ਆਪਾਂ। ਤੇ 100 ਤੇ ਹੀ ਇਹਨੂੰ ਮੇਨਟੇਨ ਰੱਖਣਾ, ਇਹਨੂੰ ਕੰਟੀਨਿਊਸਲੀ ਆਪਾਂ ਗਰਮ ਕਰੀ ਜਾਣਾ ਕਿ ਟੈਂਪਰੇਚਰ 100 ਹੀ ਰਹੇ ਹਮੇਸ਼ਾ। ਮੇਨਟੇਨਡ ਕੀ ਹੋ ਗਿਆ ਕਿ ਇਹ 100 ਤੇ ਹੀ ਰੱਖਣਾ, ਟੈਂਪਰੇਚਰ ਘਟਣ ਨਹੀਂ ਦੇਣਾ, ਆਪਾਂ ਘਟਣ ਨਹੀਂ ਦੇਣਾ। ਇਹਦਾ ਕੀ ਮਤਲਬ ਹੈ? ਕਿਵੇਂ ਪਾਵਾਂਗੇ ਆਪਾਂ? ਜਿਹੜਾ ਇਹ ਵਾਲਾ ਫੇਸ ਹੈ ਇਹਨੂੰ x 0 ਫੇਸ, ਟਾਈਮ ਜੋ ਮਰਜ਼ੀ ਹੋਵੇ, ਟੈਂਪਰੇਚਰ ਕੀ ਹੈ ਆਪਣੇ ਕੋਲ V ਆ, V0। ਇਹ ਹੁਣ ਲੱਗ ਗਿਆ ਪਤਾ ਕਿ ਟਾਈਮ ਜੋ ਮਰਜ਼ੀ, 1 ਸਕਿੰਟ ਬਾਅਦ ਦੇਖੋ, 2 ਸਕਿੰਟ ਬਾਅਦ ਦੇਖੋ, 3 ਸਕਿੰਟ ਬਾਅਦ ਦੇਖੋ ਜੀ, ਇਹ ਹਮੇਸ਼ਾ V0 ਤੇ ਹੀ ਮੇਨਟੇਨ ਰਹੂਗਾ। ਜਿਵੇਂ ਤੁਹਾਨੂੰ ਇਹ ਗੱਲ ਕਹਾਂ ਕਿ ਇਹਦਾ ਮਤਲਬ ਕੀ ਹੋ ਗਿਆ 100 ਡਿਗਰੀ ਸੈਟਿੰਗ, ਮਤਲਬ ਕਿ x 0 ਤੇ ਜੋ 1 ਸਕਿੰਟ ਬਾਅਦ ਆਪਾਂ ਦੇਖਾਂਗੇ ਟੈਂਪਰੇਚਰ ਹੀਟ ਟੈਂਪਰੇਚਰ ਕਿੰਨਾ ਹੋਊਗਾ? 100 ਡਿਗਰੀ ਸੈਂਟੀਗ੍ਰੇਡ ਹੋਊਗਾ। ਤੇ ਜੇ ਆ ਪਾ ਦਈਏ, ਇਹਦਾ ਮਤਲਬ ਕਿ ਟਾਈਮ ਜੋ ਮਰਜ਼ੀ ਹੋਵੇ, x 0 ਫੇਸ ਤੇ ਟੈਂਪਰੇਚਰ ਕੀ ਰਹੂਗਾ? ਹਮੇਸ਼ਾ 100 ਡਿਗਰੀ ਸੈਂਟੀਗ੍ਰੇਡ ਰਹੂਗਾ। ਮਤਲਬ ਕਿ ਇਹ ਵਾਲਾ ਫੇਸ ਹਮੇਸ਼ਾ 100 ਡਿਗਰੀ ਸੈਂਟੀਗ੍ਰੇਡ ਤੇ ਹਮੇਸ਼ਾ, ਮਤਲਬ ਕਿ ਇਹ ਵਾਲਾ ਫੇਸ ਆਪਾਂ ਮੇਨਟੇਨ ਕੀਤਾ ਹੋਇਆ ਹੈਗਾ 100 ਡਿਗਰੀ ਸੈਂਟੀਗ੍ਰੇਡ ਤੇ। तो एक कंडीशन आ बन गई अपने को, 2 कंडीशन बन गई इतों, कंडीशन 3 चाहिए होंगे ने, बस आही है कंडीशन बन गई। बाकी का नंबर पिछे नाल ही है सारा। हुण तीजी कंडीशन बनानी है अपने, जिथे अपने कोल इनफिनिट सॉलिड होणगे, इनफिनिट मतलब कि लेंथ बहुत वड्डी होवे, इन्हां विच ध्यान रखना कि आह कंडीशन मोस्टली आऊगी बाउंडेड वाली, जिवें पिछे कीता सी बाउंडेड। हुण इह गल देखनी है आपां ने VXT आलसो, मैं दोबारा बोल रहा, जिथे अपने को इनफिनिट वाले क्वेश्चन होंगे, क्वेश्चन करांगे आपां अगे, ਉਹਦੇ ਵਿੱਚ ਇਹ ਕੰਡੀਸ਼ਨ ਧਿਆਨ ਰੱਖਣੇ कि ਇਹ ਕੰਡੀਸ਼ਨ ਵੀ यूज हो सकती है, ਤੇ मोस्टली ਇਹ ਕੰਡੀਸ਼ਨ यूज ਹੁੰਦੀ है। VXT is bounded as x tends to infinity। ਇਹ ਗੱਲ ਸਮਝਣੀ ਆਪਾਂ ਕਿ ਇਦਾਂ ਕਿਉਂ ਪਾਤੀ ਆਪਾਂ ਨੇ। ਬਾਉਂਡਡ ਦੀ ਕੰਡੀਸ਼ਨ ਪਹਿਲਾਂ ਕੀਤਾ ਸੀ ਆਪਾਂ ਨੇ, ਜਿਹੜਾ VXT ਹੈ ਇਹ ਇਨਫਿਨਿਟੀ ਨਹੀਂ ਹੋਊਗਾ at x equal to infinity। ਇਹ ਮਤਲਬ ਇਹ ਆ। तो देखो ध्यान नाल, जे मान लो आप 100 डिग्री सेंटीग्रेड से गर्म कर लिए, ये गल समझनी है, ਇਹਦੀ ਲੈਂਥ ਬਹੁਤ ਲੰਬੀ ਹੈ ਕਿ ਆਪਾਂ ਨੂੰ ਲੱਗਦਾ ਕਿ ਜੇ 100 ਡਿਗਰੀ ਸੈਂਟੀਗ੍ਰੇਡ ਤੇ ਕਰਾਂਗੇ, ਜਿਉਂ-ਜਿਉਂ ਆਪਾਂ ਅੱਗੇ ਜਾਵਾਂਗੇ ਟੈਂਪਰੇਚਰ ਵਧੀ ਜਾਊਗਾ। ਇਹ ਸਮਝਣੀ ਹੈ ਗੱਲ ਧਿਆਨ ਨਾਲ, ਜਿਉਂ-ਜਿਉਂ ਆਪਾਂ ਅੱਗੇ ਜਾਵਾਂਗੇ ਟੈਂਪਰੇਚਰ ਘਟੀ ਜਾਊਗਾ। ਇਹ ਸਿਰਾ ਜੇ ਆਪਾਂ 100 ਤੇ ਮੇਨਟੇਨ ਰੱਖਾਂਗੇ, ਕੁਝ ਟਾਈਮ ਬਾਅਦ ਇਹ ਗਰਮ ਹੋ ਜਾਏਗਾ, ਕੁਝ ਟਾਈਮ ਬਾਅਦ ਇਹ ਗਰਮ ਹੋ ਜਾਏਗਾ, ਕੁਝ ਟਾਈਮ ਤੱਕ ਇਹ ਗਰਮ ਹੋ ਜਾਏਗਾ, ਕੁਝ ਟਾਈਮ ਤੱਕ ਇਹ ਗਰਮ ਹੋ ਜਾਏਗਾ। ਪਰ ਜੋ ਉਰੇ ਟੈਂਪਰੇਚਰ ਹੋਊਗਾ ਇਹ ਹਮੇਸ਼ਾ ਇਸ ਤੋਂ ਘੱਟ ਹੋਊਗਾ, ਬਿਕੋਜ਼ ਇਹ ਹੌਲੀ ਹੌਲੀ ਇੱਥੇ ਪਹੁੰਚਿਆ, ਕੁਝ ਲੂਜ਼ ਵੀ ਹੋਊਗਾ ਟੈਂਪਰੇਚਰ। ਮਤਲਬ ਆਪਾਂ ਕਹਿ ਲਈਏ ਜਿਵੇਂ ਕੜਾਹੀ ਦੇ ਵਿੱਚ ਖੁਰਚਣਾ ਹੁੰਦਾ ਆਪਣੇ ਕੋਲ, ਇਹਨੂੰ ਆਪਾਂ ਨੇ ਇੱਥੋਂ ਗਰਮ ਕਰਤਾ ਤਾਂ ਇਹਦੀ ਲੈਂਥ ਬਹੁਤ ਲੰਬੀ ਕਰ ਲਓ, ਇਹਨੂੰ ਪਿਆ ਰਹਿਣ ਦਿਓ। ਫਿਰ ਕੀ ਹੋਊਗਾ? ਹੌਲੀ ਹੀਟ ਜਾਊਗੀ ਜਾਊਗੀ ਜਾਊਗੀ, ਜੋ ਹੌਲੀ ਹੀਟ ਜਾਊਗੀ ਹੌਲੀ ਹੌਲੀ ਟੈਂਪਰੇਚਰ ਘਟੀ ਜਾਊਗਾ। ਜੇ ਇਹਦੀ ਲੈਂਥ ਇਨਫਿਨਿਟ ਹੋਊਗੀ ਤਾਂ ਅਖੀਰਲਾ ਸਿਰਾ ਤਾਂ ਗਰਮ ਹੀ ਨਹੀਂ ਹੋਣਾ, ਕਿਉਂ ਟੈਂਪਰੇਚਰ ਘਟੀ ਜਾਊਗਾ। ਜੇ 100 ਡਿਗਰੀ ਤੇ ਆਪਾਂ ਮੇਨਟੇਨ ਕੀਤਾ ਹੋਇਆ ਇਹਨੂੰ 100 ਡਿਗਰੀ ਤੇ, ਜ਼ਰੂਰੀ ਨਹੀਂ ਹੈ ਕਿ ਉਰੇ ਆ ਕੇ ਪੱਕਾ 100 ਹੋਊਗਾ, ਨਹੀਂ, ਇਹ ਟਾਈਮ ਪਾ ਕੇ ਘਟ ਜਾਊਗਾ ਟੈਂਪਰੇਚਰ, ਉਰੇ ਹੋਰ ਘਟ ਜਾਏਗਾ, ਉਰੇ ਹੋਰ ਘਟ ਜਾਏਗਾ, ਉਰੇ ਹੋਰ ਘਟ ਜਾਏਗਾ। ਅਖੀਰ 'ਚ ਜਾ ਕੇ ਸਭ ਤੋਂ ਅਖੀਰ ਤੱਕ ਮਤਲਬ ਜਦੋਂ ਆਪਾਂ x ਨੂੰ ਇਨਫਿਨਿਟੀ ਲਾਵਾਂਗੇ, x ਟੈਂਡਸ ਟੂ ਇਨਫਿਨਿਟੀ ਲਾਵਾਂਗੇ, ਸਭ ਤੋਂ ਅਖੀਰ ਤੱਕ ਉਦੋਂ ਟੈਂਪਰੇਚਰ ਜਿਹੜਾ ਹੈਗਾ ਉਹ ਨਾ ਦੇ ਬਰਾਬਰ ਹੋਊਗਾ, 0 ਹੋਊਗਾ, ਜਾਂ ਇਦਾਂ ਕਹਿ ਲਵੋ। ਪਰ ਆਪਾਂ ਇਹ ਦੇਖਣਾ ਕਿ ਜਿਹੜਾ VXT ਹੈਗਾ ਕਿ ਇਨਫਿਨਿਟੀ ਬਣ ਰਿਹਾ, ਇਹ ਗੱਲ ਸਮਝਣੀ ਹੈ, ਇਹਦਾ ਮਤਲਬ ਕੀ ਹੈ।
जे इनू 100 डिग्री ते मेनटेन किया रखे आपने, ज्यों ज्यों आप अगे जावांगे अखीर ते जाके टैंपरेचर बहुत ज़्यादा हो जाऊगा। बी की रिप्रेजेंट कर टैंपरेचर कि अखीर जाके टैंपरेचर इन्फिनिटी में बहुत ज़्यादा टैंपरेचर हो जाएगा। कि जे आप 100 ਤੇ ਮੇਨਟੇਨ ਰੱਖਾਂਗੇ ਅੱਗੇ ਜਾਵਾਂਗੇ ਹੌਲੀ ਹੌਲੀ ਤਾਂ ਅਖੀਰ ਦੇ ਵਿੱਚ ਜਾ ਕੇ ਟੈਂਪਰੇਚਰ ਜਿਹੜਾ ਹੈਗਾ ਲੱਗ ਰਿਹਾ ਆਪਾਂ ਨੂੰ ਕਿ ਜ਼ੀਰੋ ਹੋਊਗਾ, ਪਰ ਉਹਦੇ ਇਨਫਿਨਿਟੀ ਤਾਂ ਨਹੀਂ ਹੋਊਗਾ। ਜੇ ਇਨਫਿਨਿਟੀ ਨਹੀਂ ਹੋਊਗਾ ਤਾਂ ਇਹਨੂੰ ਕੀ ਕਹਿੰਦੇ ਆ ਆਪਾਂ, ਬਾਉਂਡਡ ਕੰਡੀਸ਼ਨ। ਇਹ ਕੰਡੀਸ਼ਨ ਬਾਉਂਡਡ ਦੀ ਹੈ, ਤਾਂ ਆਪਾਂ ਕਹਿ ਸਕਦੇ ਹਾਂ ਵੀ xt ਜਿਹੜਾ ਹੈਗਾ ਉਹ ਬਾਉਂਡਡ ਹੈ। ਗੱਲ ਸਮਝ ਲਿਓ ਧਿਆਨ ਨਾਲ, ਜਿਹੜਾ vxt ਹੈਗਾ ਇਨਫਿਨਿਟੀ ਹੋਣ ਦਾ ਮਤਲਬ ਕੀ ਹੈਗਾ, ਜੇ ਆਪਾਂ 100 ਤੇ ਮੇਨਟੇਨ ਕਰਾਂਗੇ ਤਾਂ ਟਾਈਮ ਪਾ ਕੇ ਉਹਦੇ ਟੈਂਪਰੇਚਰ 1000 10000 20000 ਡਿਗਰੀ ਤੱਕ ਪਹੁੰਚ ਜਾਊਗਾ, ਮਤਲਬ ਇਨਫਿਨਿਟੀ ਟੈਂਪਰੇਚਰ ਹੋ ਜਾਏਗਾ। ਪਰ ਇਦਾਂ ਨਹੀਂ ਹੋਊਗਾ, ਟੈਂਪਰੇਚਰ ਘਟੂਗਾ ਸਗੋਂ। ਇਸ ਕਰਕੇ ਆਪਾਂ ਆਹ ਕੰਡੀਸ਼ਨ ਯੂਜ਼ ਕਰ ਸਕਦੇ ਹਾਂ। ਬਾਕੀ ਆ ਹੁਣ ਆਹ ਕੰਡੀਸ਼ਨਸ ਬਣ ਗਈਆਂ ਸਾਰੀਆਂ ਜੀ, ਅੱਗੇ ਕੰਮ ਸਾਰਾ ਪੁਰਾਣਾ ਜੀ, ਉਹ ਮੈਂ ਕਰਵਾ ਰਿਹਾ ਜੀ। ਇੱਕ ਕੁਝ ਕੁ ਫਾਰਮੂਲੇ ਨੇ ਜੀ, ਪ੍ਰੂਫ ਤਾਂ ਹੈ ਨਹੀਂ ਉਹਨਾਂ ਦੇ, ਉਹ ਯੂਜ਼ ਹੋਣਗੇ ਫਾਰਮੂਲੇ। 3 ਫਾਰਮੂਲੇ ਨੇ ਇਹਦੇ ਵਿੱਚ। मैं क्वेश्चन सॉल्व कर रहा हूँ तो 3 फॉर्मूले स्क्रीन तो देख के नाल उतार लियो फॉर्मूले। इन्हें फिलहाल आप क्वेश्चन सॉल्व कर लेने, तो फॉर्मूले उतार लो। जो क्वेश्चन सॉल्व कर रहे हैं आप इस तो बाद तो ध्यान दो। बाकी काम सारा पुरानी है। फिर पहले लैपलेस लवांगा, मैं थोड़ा स्पीड तेज करूँगा इतने। लैपलेस ट्रांसफॉर्म लिया जी, वो लिख लियो अपने आप जी। ये आ गया एस वी बार एक्स एस माइनस वी एक्स जीरो लैमडा। ये होंदा हैगा, ये पहला कर चुके हैं सारा आप जी। डी टू बाई डी एक्स के फॉर्मूले ने जी। ये आ गया एस वी बार, ये वैल्यू जीरो दी हुई है। लैमडा डी स्क्वायर वी बार, लैमडा डी स्क्वायर वी बार माइनस एस वी बार इक्वल टू जीरो। लैमडा डी स्क्वायर माइनस एस वी बार इक्वल टू जीरो। ये बनावांगे पहला आप कॉम्पलीमेंटरी ऑक्सिलरी इक्वेशन बनावांगे। डी की वैल्यू आ जाएगी प्लस माइनस एस अपॉन लैमडा, तो कॉम्पलीमेंटरी सोल्यूशन आ जाएगा C1 e की पावर अंडर एस अपॉन लैमडा एक्स, C2 e की पावर माइनस एस अपॉन लैमडा एक्स। v पार्टिकल कटांगे जीरो आ जाएगा, एंड v हुंदा हैगा कॉम्पलीमेंटरी प्लस पार्टिकुलर C1 e की पावर s अपॉन लैमडा एक्स, C2 e की पावर माइनस s अपॉन लैमडा एक्स। ये आ गया जी। इस तो बाद कंडीशन ला के अपने बाउंड्री कंडीशन ये दोनों यूज़ करांगे। आलसो V0 t V0 हैगा ते VXT हैगा बाउंडेड एज एक्स टू इनफिनिटी। ਇਹਨੂੰ ਫਿਰ ਆਪਾਂ ਲੈਪਲੇਸ ਟ੍ਰਾਂਸਫਾਰਮ ਲੈ ਲਵਾਂਗੇ, ਪਿੱਛੇ ਜਿਵੇਂ ਕਰਦੇ ਆ ਰਹੇ ਹਾਂ। ਕੰਡੀਸ਼ਨ ਕੀ ਬਣ ਜਾਏਗੀ, ਇਹ ਇਹਦਾ ਲੈਪਲੇਸ ਟ੍ਰਾਂਸਫਾਰਮ ਲਿਆ ਆਪਾਂ ਨੇ, ਕਾਂਸਟੈਂਟ ਬਾਹਰ ਆ ਜਾਏਗਾ, 1 ਦਾ 1 अपॉन s ਹੁੰਦਾ। ਇਹ Vx XS ਇਹ ਬਾਉਂਡਡ ਬਣ ਜਾਏਗਾ। ਹੁਣ ਇਹ ਬਾਉਂਡਡ ਹੈਗਾ, देयरफॉर C1 0 होगा। पहला कर चुके हैं सारा आप लास्ट लैक्चर। जे नहीं ध्यान तो लास्ट लैक्चर दोबारा सुन लियो जी। ये जीरो हो गया तो देयरफॉर इस भरिया आपने आलसो पुट एक्स इक्वल टू जीरो इन 1, जीरो इक्वल टू C1 का जीरो है, ई दी पावर 0 1 हो गया। V0 यदी वैल्यू दी हुई है आपको V0 बाय एस, इतों C2 की वैल्यू आ गई।
तो इत्थों बन गया अपने को देयरफॉर वी बार का आंसर आ गया अपने को वैल्यू भरती वी नॉट अपॉन एस ई दी पावर माइनस एस अपॉन लैम्डा एक्स। इनवर्स लैपलेस ट्रांसफॉर्म लिया जी, ये अपना आंसर आ गया। इस तो बाद ਜਿਹੜੇ ਤੁਹਾਨੂੰ ਫਾਰਮੂਲੇ ਕਿਸੇ ਨੇ ਫਾਰਮੂਲਾ ਲਿਖਵਾਏ ਨੇ ਫਾਰਮੂਲੇ ਜਿਹੜੇ ਫਾਰਮੂਲੇ ਲਿਖਵਾਏ ਨੇ ਫਾਰਮੂਲਾ ਦੇਖ ਲਓ। ਇਹ ਹੈਗਾ ਲੈਪਲੇਸ ਟਰਾਂਸਫਾਰਮ ਇਨਵਰਸ ਲੈਪਲੇਸ ਟਰਾਂਸਫਾਰਮ e ਦੀ ਪਾਵਰ ਮਾਈਨਸ ਅਲਫਾ s अपॉन s इज इक्वल्स टू एरर फंक्शन कॉम्प्लीमेंट अल्फा अपॉन 2√t। ये फार्मूला जी एक फार्मूला होर लिखा है 1 माइनस एरर फंक्शन अल्फा अपॉन 2√t। ये ERF ये सिंबल पढ़ांगे आप एरर फंक्शन, ये जस्ट एक फार्मूला ही है जी। तो ERFC इनू कहने आप कॉम्प्लीमेंट ऑफ एरर फंक्शन या एरर फंक्शन कॉम्प्लीमेंट ऑफ एरर फंक्शन। ये फार्मूला की होंगे जी आह इंटीग्रेशन आ 2/पाई √2 अपॉन पाई अल्फा बाय 2√t इनफिनिटी e दी पावर माइनस एक्स स्केयर डी एक्स। जी आ इंटीग्रेशन हैगी है 2/√पाई सॉरी, ये इंटीग्रेशन का नाम होंगे जी कॉम्प्लीमेंट ऑफ एरर फंक्शन। ਇਹਦਾ ਨਾਮ ਹੁੰਦਾ ਹੈਗਾ ਬਸ। ਇਹ ਫਾਰਮੂਲੇ ਇਦਾਂ ਯਾਦ ਰੱਖਣੇ ਨੇ। ਤੇ ਐਰਰ ਫੰਕਸ਼ਨ ਕੰਪਲੀਮੈਂਟ ਕਿਵੇਂ ਕੱਢਣਾ ਹੁੰਦਾ, 1 ਮਾਈਨਸ ਐਰਰ ਫੰਕਸ਼ਨ ਇਦਾਂ ਵੀ ਕਰ ਸਕਦੇ। ਇਹ ਦੋਨੇ ਗੱਲਾਂ ਨੇ। ਤੇ ਇਹਦਾ ਫਾਰਮੂਲਾ ਹੁੰਦਾ ਹੈਗਾ 2/√ਪਾਈ 0 ਤੋਂ ਲੈ ਕੇ ਅਲਫਾ ਬਾਈ 2√2 e ਦੀ ਪਾਵਰ ਮਾਈਨਸ एक्स स्केयर डी एक्स। मैं लोड़ नहीं है ना कुछ देखने की, बस ये फॉर्मूले याद रखने ने अपने। ये एरर फंक्शन का फॉर्मूला, ये कॉम्प्लीमेंट ऑफ एरर फंक्शन का फॉर्मूला, दोनों की एडिशन 1 होंगी हैगी। चलो ये फॉर्मूला जोड़ा है अपने को बस ये याद ही रखने। बस ये हुण वैल्यू भर लैनी है अपने। वी नॉट बाहर आ गया, इनवर्स लैपलेस ट्रांसफॉर्म ऑफ ई दी पावर माइनस एक्स अपॉन रूट लैम्डा √s अपॉन s। ये अल्फा हो गया जी। ये बन गया वी नॉट एरर फंक्शन कॉम्प्लीमेंट अल्फा ओवर 2√t। ये अपना आंसर आ गया x अपॉन 2 √λ। ये वी का आंसर आ गया। ਹੁਣ ਇਹ ਪੁੱਛਿਆ ਹੈਗਾ ਕਿ ਜੋ t ਨੂੰ ਆਪਾਂ 1/16 ਲਵਾਂਗੇ ਫਿਰ ਕਿੰਨਾ ਆਂਸਰ ਆਊਗਾ। ਭਰ ਲਓ ਵਿੱਚ when t is equal to 1/16 therefore v ਦੀ ਵੈਲਿਊ x t 1/16 ਭਰਨਾ। ਇਹ ਬਸ ਇਹਦੀ ਵੈਲਿਊ ਭਰ ਦੇਣੀ ਹੈ। ये अपना आंसर है। बस इन्होंने यही एक तो फॉर्मूले आउणगे यूज होणगे जी। एक जी अपने को वर्ड की प्रॉब्लम हैगी आ उन्होंने मैथेमैटिकल च कन्वर्ट करके बाकी काम सारा कराना जी। एक न्यूमेरिकल होर करवाना ये नाल दा देखो।
ये न्यूमेरिकल देख लो जी। Initial temperature of a semi-infinite solid x greater than 0 is 0. A constant heat flux H is applied at the phase x equal to 0 so that k yxt 0t is equals to minus h. ये given है, कोई फर्क नहीं पड़ता, जिस तरह मर्जी given हो गई. Show that the temperature yxt is after time this is this. ये ध्यान रखना. Show that temperature yxt at this phase x equal to 0 की गल हो रही है. आफ्टर टाइम t इज दिता है अपन वेयर दिस दिता है. ये फॉर्मूला दिता है कि ये फॉर्मूला यूज करना. चलो ये गिवन है फॉर्मूला, ये चीज़ बनूगी तो यूज करने वास्ते दी हुई है उन्होंने. जो करते हैं अपन मेरे को देखो, पहली गल हीट की गल हो रही है. जो हीट की गल हो रही है, इन्हें सिंबल वाई की गल की है. वाई लिया तो हीट वास्ते वाई सिंबल यूज करांगे. करली वाई बाय करली टी इज इक्वल्स टू लैमडा करली टू वाई बाय करली एक्स के. हूँ कंडीशनस बनानी है. तो देखो किया है उन्होंने. इनिशियल टैंपरेचर कितना है 0. इनिशियल मतलब कि जदों टाइम 0, ये टैंपरेचर कितना 0. एंड होर किया है वाई टी एक्स 0, सॉरी वाई एक्स 0t. के चक के उधर लैना मैं, के चक के दूजे पासे लै गए, एच अपॉन के आ गई. हुण सैमी इनफिनिट की गल हो रही है. जो सैमी इनफिनिट की गल हो रही है, ये चली जा रही है. ये एक्स ग्रेटर दैन 0 है इधर, ये एक्स इक्वल 0 फेस. चलो पहला वांगू जो आप हीट करांगे, जो हीट फ्लो होगी इदा नहीं है कि अखीर च जाके हीट इनफिनिटी हो जाएगी, इदा नहीं होगा. आल्सो वाई एक्स टी इज बाउंडेड एज एक्स टेंस टू इनफिनिटी. बस ये नवी गल आ गई, कंडीशन इदा दी हुई है डेरीवेटिव फॉर्म च. ये कोई फर्क नहीं होंगे, कॉन्सटेंट ही कट रहे हैं आप. कॉन्सटेंट आप इदा कढ़ लवेंगे. एक फॉर्मूला गिवन यूज होगा, फॉर्मूला तो दिता है उन्होंने. तो शुरू कर लेने आप. देखो ये आप लैपलेस ट्रांसफॉर्म लिया, ये पहला किया है बहुत बारी. ये आ गया लैमडा डी स्केयर वाई बाय डी एक्स स्केयर आ गया. ये 0 आ गई वैल्यू. एस वाई बार इज इक्वल लैमडा डी स्केयर वाई बार. ये आ गया लैमडा डी स्केयर माइनस एस वाई बार इक्वल टू 0. Therefore d आ गया प्लस माइनस अंडर रूट एस अपॉन लैमडा. दिस इंप्लाइज y कॉम्प्लीमेंटरी आ गया अपने को c1 e दी पावर s अपॉन लैमडा x, c2 e दी पावर माइनस s अपॉन लैमडा x. दिता की होया अपन, चलो वाई पी कढ़ लेना. वाई पी 0 आ जाएगा. Therefore जनरल सोल्यूशन आ गया अपने को c1 e दी पावर s अपॉन लैमडा x, c2 e दी पावर s अपॉन लैमडा x. यही नंबरिंग होनी पाए. हुण c1 c2 दो कंडीशन फाइंड करांगे आप. पहला जो कंडीशंस गिवन है लैपलेस ट्रांसफॉर्म लवांगे आप. ये मैं सीधा कर रहा जी. ये लैपलेस ट्रांसफॉर्म लिया. Therefore नी आल्सो वाई बार लिया 0s. इहदा लैपलेस ट्रांसफॉर्म आ गया. ये कॉन्सटेंट बाहर 1 का लैपलेस 1 बाय एस. ये पिछले लेक्चर करते आ रहे हैं आप. ये लिया आपने जी ने पिछे किया सी. ये भी की होगा बाउंडेड एज एक्स टेंस टू इनफिनिटी. बाउंडेड मतलब ये 0 होगा बिकॉज ये इनफिनिटी बनाएगा. ये लास्ट लेक्चर बहुत ध्यान ਨਾਲ किया सीगा. ये 0 हो गया. देयरफॉर c1 कितना आ गया 0. Therefore y बार इज इक्वल कितना आ गया c2 e दी पावर माइनस s अपॉन लैमडा. सो प्रॉब्लम यही आऊगी. ये डेरीवेटिव की कंडीशन है. पार्शियल डेरीवेटिव करके फिर कंडीशन यूज करनी है. पहले इसका पार्शियल डेरीवेटिव करांगे आप जी. Therefore y बार x, ये आ गया जी c2 माइनस अंडर रूट एस अपॉन लैमडा ई दी पावर एस अपॉन लैमडा एक्स. ये पुट किया आपने एक्स इक्वल टू 0. देयरफॉर
ਇਹਦੀ ਵੈਲਿਊ ਦਿੱਤੀ ਹੋਈ ਹੈ ਆਪਾਂ ਨੂੰ -h/ks C2 -√s अपॉन लैम्डा e ਦੀ ਪਾਵਰ 0 1 ਹੋ ਗਿਆ। ਤਾਂ C2 ਦੀ ਵੈਲਿਊ ਆ ਗਈ h√λ अपॉन ks√s। देयरफॉर जो y बार है ये 0 आई है, वो वैल्यू भरती h√λ अपॉन ks√s, ये वैल्यू आ गई नाल e ਦੀ पावर -x अपॉन √λ √s। ਇਹਨੂੰ ਜਿਵੇਂ ਪਿੱਛੇ ਸਪਲਿਟ ਕੀਤਾ ਸੀ, ਰੀਅਰੇਂਜ ਕਰ ਲਿਆ ਟਰਮਸ ਆਪਾਂ ਨੇ। देयरफॉर इनवर्स लैपलेस ट्रांसफॉर्म लिया तो y की आ गया इनवर्स लैपलेस ट्रांसफॉर्म ऑफ h√λ अपॉन ks√s e ਦੀ ਪਾਵਰ -x अपॉन √λ √s। हाँ चीज़ ये जो कांस्टेंट बाहर काट लो h√λ अपॉन k, तो इनवर्स लैपलेस ट्रांसफॉर्म आ गया e ਦੀ पावर -x अपॉन √λ √s अपॉन s√s। ये सारा अल्फा हो गया। ਇਹਦਾ ਫਾਰਮੂਲਾ ਗਿਵਨ ਆ ਸਟੇਟਮੈਂਟ ਦੇਖਿਆ ਹੋਣਾ e ਦੀ ਪਾਵਰ -α√s अपॉन s√s। अल्फा मतलब ਇਹ x ਆ ਸਾਰਾ x ਯੂਜ਼ ਕੀਤਾ ਹੁਣ। ਇਹਦਾ ਫਾਰਮੂਲਾ ਹੈ ਜੀ ਆਪਣੇ ਕੋਲ ਦਿੱਤਾ ਹੋਇਆ ਸਟੇਟਮੈਂਟ ਦੇ ਵਿੱਚ। ਪਹਿਲਾ ਪਾਉਣਾ ਆਪਾਂ h√λ अपॉन k, पहला पाना t अपॉन पाई का रूट, फिर e की पावर -x² अपॉन 4t², ये x है सारा x² अपॉन 4t²। दोबारा देख लियो फॉर्मूला सीगा x, ये सारा x हो गया ना, तो अपॉन लैम्डा आ गया, नीचे 4t² सीगा। ये आ गया -x/2 एरर फंक्शन कॉम्प्लीमेंट x अपॉन x दिता है ये √λ अपॉन 2√t। ये अपना आंसर है। हुण स्टेटमेंट की कहा प्रूव करने वास्ते की कहा, यह एट एनी प्लेस एट एनी टाइम, डिस्टेंस कोई भी हो टाइम जो मर्जी हो। उन्होंने स्पैशल किया हैगा कि जोड़ा x इक्वल टू 0 फेस है, ये उपर वैल्यू फाइंड करनी है कितनी होगी, तो शो करनी है एट दिस फेस मतलब कि जोड़ा फेस आपने हीट दी हैगी है x इक्वल टू 0 फेस से जो हीट दी हैगी वो वैल्यू फाइंड करनी है। तो x को आप 0 भरता है, x को 0 भरया, ये आ गया h√λ अपॉन k, ये आ गया √t अपॉन पाई e की पावर 0 1 हो गया, 0 बन के सारा 0 हो गया, x 0 भरया अपन इतने x आना सी सॉरी, ये सारा 0 करता, आ टर्म बन गई। तो ये आ गया h अपॉन k लैम्डा t अपॉन पाई का रूट, यही आपने प्रूव करना। तो एक क्वेश्चन आपने वेव का देखना, वो देखना किवें है जी वेव इक्वेशन का। वो स्टेटमेंट देख लो जी, ये हैगा इनफिनिट स्ट्रिंग having one end at x equal to 0 is initially at rest along x-axis. The end x equal to 0 undergoes a transverse displacement ft. The displacement, find displacement of any point of string at any time t. स्ट्रिंग की गल हो रही है, जो स्ट्रिंग की गल हो रही होगी तो ये आपने वेव इक्वेशन यूज करनी है, आ वाली ये वेव इक्वेशन ये यूज करनी है। जो हीट की गल हो रही है तो हीट इक्वेशन यूज करनी है, स्ट्रिंग की गल हो रही है तो वेव इक्वेशन आऊगी। ये है वेव किनू कहने आप, जिवें देखो एक सैमी इनफिनिट स्ट्रिंग आ, इसका एंड कोई नहीं है, इत्थे बनी हुई है इस एंड से। समझ लो पहला ये है सिंबल किहड़े किहड़े ने,
ਇੱਕ ਤਾਂ x ਆ ਚੋ x ਦਾ ਆਹ ਡਿਸਟੈਂਸ ਰਿਪਰੈਜ਼ੈਂਟ ਕਰਦਾ ਹੈਗਾ ਤੇ t ਟਾਈਮ ਰਿਪਰੈਜ਼ੈਂਟ ਕਰਦਾ, ਜਿਹੜਾ y ਹੈਗਾ ਇਹ ਡਿਸਪਲੇਸਮੈਂਟ ਰਿਪਰੈਜ਼ੈਂਟ ਕਰਦਾ। y xt डिस्प्लेसमेंट अलोंग y एक्सिस। की मतलब बने ये है किवें, ये सोचो ध्यान ना, मान लो आ चीज आपां ने बन्नती, बन के ये सिरा फड़ के चक के उपर लै गए, आ बन्निया होया अखीर तक, ये फिर बन के छड्डता, इत्थों छड्डता आपां ने, इहनूं चक के उपर लै गए, इत्थों छड्डता, की होऊगा इदां वेव बनने शुरू हो जाणगे, ऑलरेडी वेव घटी जानी, आ वेव ये सिरा फड़ के छड्डता नीचे जाऊगा, फिर उपर जाऊगा, फिर नीचे, फिर उपर, फिर नीचे, फिर उपर, फिर नीचे, इदां वेव जिहड़ी हैगी बनूगी। हौली हौली वेव की जो ट्रांसवर्स लेंथ हैगी वो घटी जाऊगी डिस्प्लेसमेंट। तो वाई की है, वाई इदां डिस्प्लेसमेंट आ वाई है, मतलब जे आपां लिखीए वाई टू टू, इहदा मतलब की है 5, ਇਹਦਾ मतलब की है जो डिस्टेंस 2 हैगा, पहला ये वाई एक्स टी होंदा जी, जो डिस्टेंस 2 है, मान लो डिस्टेंस 2 रहे अते टाइम 2 सेकेंटा, टाइम 2 सेकेंटा, उदों जो डिस्प्लेसमेंट हैगी आ ये 5 दी होगी डिस्प्लेसमेंट। वाई डिस्प्लेसमेंट रिप्रजेंट करता है इदां उपर, ट्रांसवर्स भी कह सकते डिस्प्लेसमेंट आपां उपर नीचे जिहड़ी हुंदी है, आ वाई आ डिस्टेंस, आ वाई है डिस्टेंस दिता होया आपां नूं सारा है। तो देखो स्टेटमेंट दिता की होया आपां नूं कि कोई सैमी इनफाइनाइट स्ट्रिंग है, स्टार्टिंग च चक के आपां उपर लै गए, कितना डिस्टेंस उपर लै गए दिता होया उन्होंने, अंडरगोज आ ट्रांसवर्स डिस्प्लेसमेंट, ट्रांसवर्स इदां हुंदी है उपर नीचे, जिहड़ी इदां हुंदी है डिस्प्लेसमेंट लॉन्गीट्यूडनल कहते आपां। तो ये जी ट्रांसवर्स हैगी आ ये एफ टी के बराबर आ, मतलब वाई जो है इज इक्वल टू एफ ऑफ टी, नीचे पा रहा चलो मैं, वाई जो है ये एफ ऑफ टी के बराबर आ, ये स्टार्टिंग की है, स्टार्टिंग मतलब इस फेस से लाई है, ये फेस से एक्स कितना है 0, एक्स इक्वल 0 एट एनी टाइम टी, एफ टी बराबर आ, मैं देख के लागू भी रहा कि फंक्शन ऑफ टी मतलब कि पूरे एक्स नहीं होगा, कला टी का फंक्शन होगा, एक कंडीशन बन गई है वाली। होर दिता की होया अगे, एक आ कंडीशन टी च 2 कंडीशन होंदियां ने, पर यह डबल डेरीवेटिव वाला क्वेश्चन हैगा, इहदे विच एक कंडीशन आपां नूं इदां दी चाहीदी आ एक्स 0 वाली, एक चाहीदी आपां नूं डेरीवेटिव वाली, ये गल्लां ध्यान रखनियां तां ही लगू पता कंडीशन किदां बननी है। आ देखिए पहला तो की हैगा एक्स जो टाइम 0 स्टार्टिंग, स्टार्टिंग च डिस्प्लेसमेंट कितनी सी, टाइम 0 की हुंदा इनिशियल स्टार्टिंग दे विच डिस्प्लेसमेंट कितनी है दिता होया स्टेटमेंट उन्होंने कि फर्स्ट लाइन सी इनफाइनाइट स्ट्रिंग इनिशियली एट रेस्ट अलोंग एक्स एक्सिस, इनिशियली स्टार्टिंग च स्ट्रिंग इदां ही पई सी, मतलब कि ये उपर नीचे कोई डिस्प्लेसमेंट नहीं हो रही सी, जे नहीं हो रही तो ये हो गया कि ये 0 वैल्यू है, एट टाइम डिस्प्लेसमेंट कोई नहीं हो रही उपर नीचे। एक वर्ड होर पाया रेस्ट, ये गल इंपॉर्टेंट है, रेस्ट वर्ड भी पाया उन्हें, एक तो गल ये समझा रही कि खड़ा पिया, रेस्ट वर्ड पाया, रेस्ट वर्ड मतलब की हो गया क्योंकि कंडीशन अपन डेरीवेटिव वाली भी चाहिए है, रेस्ट मतलब कि वेलोसिटी 0 है, तो वेलोसिटी की होंगे याद होवे, ये हुंदा डेरीवेटिव विद रिस्पैक्ट टू टी हुंदा, तो मतलब कि करली वाई बाय करली टी, डेरीवेटिव रिस्पैक्ट टू टी करांगे, जिन्हों आपां वाई टी भी कह सकते हैं। इनिशियली मतलब जो टाइम 0 हैगा तो ये रेस्ट से, रेस्ट मतलब कि खड़ा, वेलोसिटी 0 है, ये वेलोसिटी 0 होगी रेस्ट, कंडीशन बन गई। 2 कंडीशन आ चाहिए होंदियां ने, एक ये कंडीशन होर चाहिए हैगी, वो सीधी लग रहा पता आपां नूं, जे आपां एफ टी डिस्प्लेसमेंट देवांगे छड़ दांगे तो ये वेव हौली घटी जाऊगी, घटी जाओ घटी जाओ घटी जाओ घटी जाओ, मतलब की हो गया अखीर च जाके आपां कह सकते हैं कि वाई एक्स टी की होगा इज बाउंडेड एज एक्स टेंड्स टू इनफिनिटी,
ਇਨਫਿਨਿਟ ਵਾਲੇ ਕੇਸ ਦੇ ਵਿੱਚ ਇਹ ਕੰਡੀਸ਼ਨ ਧਿਆਨ ਰੱਖਣੀ ਸਮਝਣੀ। ਵੈਸੇ ਕੀ ਮਤਲਬ ਬਣ ਗਿਆ ਬਾਉਂਡਡ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਿਹੜਾ ਵਾਈ ਐਕਸ ਟੀ ਹੈ ਇਹ ਇਨਫਿਨਿਟੀ ਨਹੀਂ ਹੋਏਗਾ ਐਸ एक्स टेंड्स टू इनफिनिटी नहीं बनेगा। जो मान लो इनफिनिटी बनेगा ये डायग्राम कितना बनेगी जो मान लो ये इनफिनिटी बन रहा है डायग्राम कितना बनेगी जब बन गया जो आप इतों फड़ के छड्डती कि ये डायग्राम फिर इदा बनेगी वाई वध गया वाई चैक करो वध गया ये वाई होर वध गया वाई इदा अखीर च कितना वधाउणा आपां ने इनफिनिटी करना वाई कि इदा डायग्राम बनूगी अपनी ये लग ही रहा जो छड्डांगे आप हौली घटूगी ये अंडरस्टूड आ इदा नहीं है कि वधूगी इतों छड्डता हौली वे वधी जाऊगी इदा नहीं होगी तो इतों लग गया डायग्रामेटिकली आप दिमाग लगाया कि ये बॉन्डेड होगा बस ये चीज़ आ। इस तो बाद सारा क्वेश्चन पुराना बन गया जो पिछे करते हैं मैं करदा फटाफट क्वेश्चन ये आ गया देयरफॉर लैपलेस ट्रांसफॉर्म लिया आप बाकी सारा काम पुराना ही है एस स्क्वायर वाई बार माइनस एस वाई एक्स ज़ीरो माइनस वाई टी एक्स ज़ीरो इज़ इक्वल्स टू डी स्क्वायर वाई बार जो पिछे करते आ रहे हैं आ भी ज़ीरो इतों आप एक पास लिया डी स्क्वायर माइनस एस स्क्वायर सी स्क्वायर भी सी नाल जी ये पहला सारा काम किया है इस करके मैं स्टैप छड़ रहा कुछ जी। देयरफॉर ज़री इक्वेशन बनाई अपने ज़री इक्वेशन बनाई डी की वैल्यू कितनी आऊगी एस बाई सी प्लस माइनस कॉम्पलीमेंटरी आ जाएगा अपने को सी वन ई दी पावर एस अपॉन सी एक्स सी टू ई दी पावर माइनस एस अपॉन सी एक्स वाई पी जोड़ा हैगा वो जीरो होएगा। देयरफॉर वाई आ जाएगा सी वन ई दी पावर एस अपॉन सी एक्स सी टू ई दी पावर एस अपॉन सी एक्स। हुण कंडीशनस लगावांगे बाउंडेड दी ला लेने पहला चलो देखते हैं पहला वाई जीरो टी दिता है आपां नूं एफ ऑफ टी वाई एक्स दिता है बाउंडेड एज एक्स टेंड्स टू इनफिनिटी मतलब लैपलेस ट्रांसफॉर्म लिया जीरो एस इहदा लैपलेस ट्रांसफॉर्म एल ऑफ एफ ऑफ टी पता लैपलेस ट्रांसफॉर्म एफ ऑफ टी ये एफ ऑफ एस सपोज कर लिया सारा जी पिछे करते आ रहे हैं वाई एक्स एक्स ये भी की होगा पक्का बाउंडेड एज एक्स टेंड्स टू इनफिनिटी इतों की होगा पक्का सी वन जीरो ये इनफिनिटी करके ये खत्म होना चाहिए तो ही बाउंडेड होगा तो सी वन पक्का जीरो होगा। देयरफॉर वाई बार की वैल्यू आ गई अपने को सी टू ई दी पावर माइनस एस अपॉन सी एक्स ये पुट किया एक्स इक्वल जीरो ए एफ ऑफ एस आ गया ई दी पावर जीरो वन हो जाएगा। देयरफॉर वाई बार अपने को आ गया एफ ऑफ एस ई दी पावर माइनस एस अपॉन सी एक्स। देयरफॉर इनवर्स लैपलेस ट्रांसफॉर्म लिया एक्स अपॉन सी इकट्ठा कर लिया शायद ध्यान च आ जाए ये सैकेंड शिफ्टिंग थ्योरम है जी सैकेंड शिफ्टिंग थ्योरम मतलब ये होंदी की है ये होंदी है कि इनवर्स लैपलेस ट्रांसफॉर्म ऑफ ई दी पावर माइनस अल्फा एस एफ एस ये होंदा एफ ऑफ टी माइनस अल्फा एच टी माइनस अल्फा एच की होंदा हैगा अपने को यूनिट स्टैप फंक्शन जिवें लास्ट लेक्चर किया सी आपां ने इहदा इनवर्स लैपलेस एफ होंदा स्मॉल एफ जे इहदा लैपलेस आह मन्निया तो इहदा इनवर्स लैपलेस स्मॉल एफ होगा तो सीधी आ गया अल्फा आ गया तो यह बन गया स्मॉल एफ टी माइनस अल्फा इंटू एच टी माइनस अल्फा ये अपना आंसर आ गया। चलो ठीक है जी ये टॉपिक करना सी अपने कोई प्रॉब्लम हो तो पूछ लियो। थैंक यू।